ਆਈਡੀਆ ਕਿੱਥੋਂ ਆਇਆ ਕਿ ਪੱਗਾਂ ਬੰਨ ਕੇ ਜਾਣਾ ਅੱਜ? ਹਰਾ ਰੰਗ ਕਿਸਾਨੀ ਦਾ ਹੈ, ਹਰਾ ਰੰਗ ਖੁਸ਼ਹਾਲੀ ਦਾ ਹੈ ਤੇ ਸਾਡੇ ਸਾਰੇ ਅੱਜ ਕਿਸਾਨ ਜਿਹੜੇ ਇੱਥੇ ਹਰੀਆਂ ਪੱਗਾਂ ਬੰਨ ਕੇ ਬੈਠੇ ਹੈ। ਅੱਜ ਇਹ ਦਿਨ ਸੀਗਾ ਔਰਤਾਂ ਦਾ, ਜਦੋਂ ਔਰਤਾਂ ਆ ਕੇ ਬੇਸਿਕਲੀ ਸੈਲੀਬ੍ਰੇਟ ਕਰ ਰਹੀਆਂ ਆਪਣਾ ਇੱਕ ਵੂਮਨ ਫਾਰਮਰਸ ਡੇ। ਤੇ ਜਦੋਂ ਕਿਸਾਨੀ ਦਾ ਰੰਗ ਹੀ ਹਰਾ ਤੇ ਇੱਕ ਫਾਰਮਰ ਵੂਮਨ ਹਰਾ ਕਿਉਂ ਨਾ ਪਾਊਗੀ। ਮੈਜੋਰਿਟੀ ਆਫ ਫਾਰਮਰਸ ਇਜ਼ ਵੂਮਨ। ਉਹ ਅਜੇ ਤੱਕ ਕਿਸੇ ਨੋਟਿਸ ਕੀਤਾ ਹੋਵੇ, ਠੀਕ ਹੈ, ਬੰਦੇ ਆਪਣੇ ਹੈਗੇ, ਪਰ ਮੈਜੋਰਿਟੀ ਆਫ ਦੀ ਜਿਹੜੀ ਆਪਣੀ ਹੈਗੀ ਹੈ ਫਾਰਮਰਸ ਵੂਮਨ ਹੈ ਤੇ ਅਸੀਂ ਉਸ ਚੀਜ਼ ਦਾ ਜਵਾਬ ਦੇਣਾ ਹੈ। ਇਸ ਅੰਦੋਲਨ ਨੇ ਜੀ ਪੂਰੇ ਦੇਸ਼ ਨੂੰ ਇਕੱਠਾ ਕਰਤਾ। ਇਟ ਸਟਾਰਟਡ ਐਜ਼ ਅ ਫਾਰਮਰਸ ਪ੍ਰੋਟੈਸਟ, ਪਰ ਹੁਣ ਇਹ ਸੇਵ ਡੈਮੋਕ੍ਰੇਸੀ ਵਾਲਾ ਇੱਕ ਪ੍ਰੋਟੈਸਟ ਬਣ ਗਿਆ ਜਿਹਦੇ ਵਿੱਚ ਪੂਰਾ इंडिया इकट्ठा हो गया। जब हमारे किसान बेटा बेटी बुजुर्ग वे रोड़ा पान कर जब उनके कपड़े भी निकाल दिए, उतारे जा रहे हैं, अतः हम कहाँ बैठे क्या करेंगे। ਤੁਸੀਂ ਦੇਖ ਰਹੇ ਹੋ ਔਨ 에ਅਰ ਚੈਨਲ। ਮੈਂ ਰਮਨ ਤੂਰ ਤੇ ਅੱਜ ਸਿੰਘੂ ਮੋਰਚੇ ਦੇ ਉੱਤੇ ਕੁੰਡਲੀ ਬਾਰਡਰ ਦੇ ਉੱਤੇ ਕਿਸਾਨ ਔਰਤ ਦਿਵਸ ਮਨਾਇਆ ਜਾ ਰਿਹਾ ਹੈ ਤੇ ਇਸ ਵੇਲੇ ਵੱਡੀ ਤਾਦਾਦ ਦੇ ਵਿੱਚ ਔਰਤਾਂ ਜਿਹੜੀਆਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਸੀ ਤੇ ਜਿਹੜਾ ਆ ਰਹੇ ਸੀ ਤੇ ਜਾ ਰਹੇ ਸੀ, ਪਰ ਅੱਜ ਦੇ ਖਾਸ ਦਿਨ ਦੇ ਲਈ ਜਿਹੜੀਆਂ ਔਰਤਾਂ ਆਈਆਂ ਹੈਗੀਆਂ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਕਿਵੇਂ ਦਾ ਮਹਿਸੂਸ ਕਰ ਰਹੀਆਂ ਹੈਗੀਆਂ। ਦੀ ਇੰਟਰਨੈਸ਼ਨਲ ਵਿਮਨ ਡੇ ਮਨਾਇਆ ਜਾਂਦਾ ਸੀ, ਹੈ ਨਾ, ਇੱਕ ਔਰਤਾਂ ਦੇ ਲਈ ਖਾਸ ਦਿਨ ਸੀ ਤੇ ਇਹ ਇੱਕ ਨਵੀਂ ਜਿਹੜੀ ਸ਼ੁਰੂਆਤ ਹੋਈ ਹੈ ਕਿਸਾਨ ਮੋਰਚੇ ਤੋਂ ਕਿ ਕਿਸਾਨ ਔਰਤ ਦਿਵਸ ਇੱਕ ਨਵਾਂ ਕ੍ਰੀਏਟ ਹੋ ਗਿਆ ਤੇ ਮੇਰੇ ਖਿਆਲ 'ਚ ਇਹ ਬਹੁਤ ਯਾਦਗਾਰ ਦਿਨ ਬਣ ਗਿਆ ਤੇ ਤਾਂ ਉਮਰ ਜਿਹੜਾ ਮਨਾਇਆ ਜਾਊਗਾ ਤੇ ਜਦੋਂ ਵੀ ਇਹ ਮਨਾਇਆ ਜਾਊਗਾ ਕਿਸਾਨ ਮੋਰਚਾ ਜ਼ਰੂਰ ਯਾਦ ਕੀਤਾ ਜਾਊਗਾ ਕਿ ਇੱਥੋਂ ਸ਼ੁਰੂਆਤ ਹੋਈ। ਇਹਨੂੰ ਇੰਟਰਨੈਸ਼ਨਲ ਵਿਮਨ ਡੇ ਤੋਂ ਕਿਵੇਂ ਵੱਖ ਦੇਖਦੇ ਹੋ? ਇਹਨੂੰ ਅਸੀਂ ਇੰਟਰਨੈਸ਼ਨਲ ਵੂਮਨ ਡੇ ਤੋਂ ਵੱਖ ਵੈਸੇ ਦੇਖ ਸਕਦੇ ਨਹੀਂ। ਦੇਖਿਆ ਜਾਵੇ ਜਿਹੜੀਆਂ ਵੂਮਨ ਨੇ ਹਮੇਸ਼ਾ ਸ਼ੁਰੂ ਤੋਂ ਆਪਣੇ ਹੱਕਾਂ ਲਈ, ਕਿਸੇ ਕੋਈ ਗਲਤ ਕੰਮ ਹੋ ਰਿਹਾ ਉਹਦੇ ਲਈ ਹਮੇਸ਼ਾ ਖੜੀਆਂ ਹੋਈਆਂ ਨੇ ਤੇ ਐਸ ਸੱਚ ਇਹਨੂੰ ਅਸੀਂ ਡਿਫਰੈਂਟ ਤਾਂ ਦੇਖ ਹੀ ਨਹੀਂ ਸਕਦੇ। ਹੋ ਹੈਗੀ ਉਹੀ ਚੀਜ਼ ਹੈ, ਬਟ ਇਹ ਹੈ ਕਿ ਇਸ ਵਾਰ ਜਿਹੜੀ ਕਹਿੰਦੇ ਲਹਿਰ ਸ਼ੁਰੂ ਬੜੇ ਡਿਫਰੈਂਟ ਇੰਟੈਂਸ਼ਨ ਨਾਲ ਹੋਈ ਹੈ ਸਾਡੀ, ਜਿਹਨੂੰ ਕਹਿੰਦੇ ਕੋਈ ਆਪਣੀ ਟਾਇਰੈਂਟ ਆਈ ਹੈ ਗਵਰਨਮੈਂਟ, ਉਹਦੇ ਅਗੇਂਸਟ ਆ ਰਹੀ ਹੈ ਤੇ ਜਨਾਨੀਆਂ ਕਦੇ ਪਿੱਛੇ ਤਾਂ ਹਟੀਆਂ ਨਹੀਂ ਕਿਸੇ ਚੀਜ਼ 'ਚ। ਹਮੇਸ਼ਾ ਜਾਣੇ ਹੁਣ ਜਿਵੇਂ ਗਵਰਨਮੈਂਟ ਨੇ ਸਾਡੀ ਨਵੀਂ ਚੀਜ਼ ਕਹਿਤੀ ਸੁਪਰੀਮ ਕੋਰਟ ਨੇ ਕਿ ਜਨਾਨੀਆਂ ਦੇ ਬੱਚੇ ਉੱਥੇ ਕੀ ਕਰ ਰਹੇ ਤੇ ਉਸ ਚੀਜ਼ ਦਾ ਜਵਾਬ ਦੇਣ ਅਸੀਂ ਵੀ ਆਇਆ ਸੀਗੀਆਂ। ਆਪਣੀਆਂ ਮਾਵਾਂ ਭੈਣਾਂ ਪਹਿਲਾਂ ਦੀਆਂ ਬੈਠੀਆਂ ਸੀ, ਸਾਨੂੰ ਸੀ ਅਸੀਂ ਵੀ ਆਈਏ ਸ਼ਹਿਰ ਤੋਂ ਉਸ ਚੀਜ਼ ਦਾ ਜਵਾਬ ਦੇ ਕਿ ਸਾਡਾ ਪੂਰਾ ਹੱਕ ਬਣਦਾ ਨਾਲ ਖੜਨ ਦਾ, ਕਿਤੇ ਅਸੀਂ ਪਿੱਛੇ ਨਹੀਂ ਹੈਗੇ। ਇਨਫੈਕਟ ਆਪਣੀ ਜਿਹੜੀ ਇੰਡੀਆ ਦੀ ਜੇ ਤੁਸੀਂ ਪੋਪੂਲੇਸ਼ਨ ਦੇਖੋ, ਮੈਜੋਰਿਟੀ ਆਫ ਫਾਰਮਰਸ ਇਜ਼ ਵੂਮਨ। ਉਹ ਅਜੇ ਤੱਕ ਕਿਸੇ ਨੋਟਿਸ ਕੀਤਾ ਹੋਵੇ, ਠੀਕ ਹੈ, ਬੰਦੇ ਆਪਣੇ ਹੈਗੇ, ਪਰ ਮੈਜੋਰਿਟੀ ਆਫ ਦੀ ਜਿਹੜੀ ਆਪਣੀ ਹੈਗੀ ਹੈ ਫਾਰਮਰਸ ਵੂਮਨ ਹੈ ਤੇ ਅਸੀਂ ਉਸ ਚੀਜ਼ ਦਾ ਜਵਾਬ ਦੇਣਾ ਆ। ਇੱਕ ਪਾਸੇ ਗੱਲ ਕੀਤੀ ਜਾਂਦੀ ਹੈ ਕਿ ਔਰਤ ਤੇ ਮਰਦ ਬਰਾਬਰ ਆ ਕਿਉਂਕਿ ਔਰਤਾਂ ਸਾਰੇ ਉਹ ਕੰਮ ਕਰ ਰਹੀਆਂ ਜਿਹੜੇ ਮਰਦ ਕਰ ਰਹੇ ਨੇ, ਹੈ ਨਾ, ਤੇ ਦੂਜੇ ਪਾਸੇ ਹਾਲਾਂਕਿ ਸੁਪਰੀਮ ਕੋਰਟ ਦਾ ਇਹਦੇ ਵਿੱਚ ਮਨਸ਼ਾ ਕੋਈ ਬੁਰਾ ਨਹੀਂ ਸੀ। ਉਹਨਾਂ ਨੇ ਕਿਹਾ ਕਿ ਠੰਡ ਬਹੁਤ ਜ਼ਿਆਦਾ ਹੈ, ਪ੍ਰੋਟੈਸਟ ਕਰਨਾ ਇਹਨਾਂ ਦਾ ਲੋਕਤਾਂਤਰਿਕ ਹੱਕ ਆ, ਪਰ ਔਰਤਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਘਰਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ। ਉਹ ਦੇਖੋ ਗੱਲ ਇੱਦਾਂ ਹੈ, ਸ਼ੁਰੂ ਤੋਂ ਚੀਜ਼ ਜਿਵੇਂ ਆਪਣੇ ਇੰਡੀਆ ਕਹਿ ਲਓ ਜਾਂ ਉੱਦਾਂ ਕਿ ਆਪਣੀ ਜਿਹੜੀ ਜਨਾਨੀਆਂ ਹੋ ਗਈਆਂ ਘਰ ਦੀਆਂ ਜਾਂ ਬੱਚੇ ਹੋ ਗਏ, ਉਹਨਾਂ ਨੂੰ ਆਪਾਂ ਪ੍ਰੋਟੈਕਟਡ ਥੋੜ੍ਹਾ ਜਿਹਾ ਰੱਖਦੇ ਹਾਂ ਤੇ ਸੁਪਰੀਮ ਕੋਰਟ ਜਿਹੜਾ ਹੈ ਉਹ ਥੋੜ੍ਹਾ ਉਸ ਚੀਜ਼ ਨਾਲ ਕਹਿ ਲਓ, ਆਈ ਡੋਂਟ ਨੋ ਉਹਨਾਂ ਦੀ ਇੰਟੈਂਸ਼ਨ ਕੀ ਸੀ ਕਿ ਉਸ ਚੀਜ਼ ਨੂੰ ਉਹਨਾਂ ਨੇ ਵਧੀਆ ਵੇਚ ਕੇ ਆਏ। ਉਹਨਾਂ ਦਾ ਇਟਸ ਅਨਦਰ ਪੈਂਤਰਾ ਦੇ ਯੂਜ਼ਿੰਗ ਕਿ ਉਹਨੂੰ ਉਸ ਚੀਜ਼ ਨੂੰ ਐਜ਼ ਅ ਵੀਕ ਪੁਆਇੰਟ ਯੂਜ਼ ਕਰ ਰਹੇ ਕਿ ਸ਼ਾਇਦ ਲੋਕ ਥੋੜ੍ਹੀ ਉਸ ਚੀਜ਼ ਨਾਲ ਮਹਿਸੂਸ ਕਰਨ ਹੋ ਕਿ ਹਾਂ ਵੀ ਆਪਣੀ ਜਨਾਨੀਆਂ ਦੁਖੀ ਹੋ ਰਹੀ ਹੈ। ਉਹ ਬਟ ਉਹ ਦੁਖੀ ਨਹੀਂ ਹੋ ਰਿਹਾ, ਉਸ ਚੀਜ਼ ਨਾਲ ਪੁੱਠਾ ਸਗੋਂ ਇਹ ਹੋ ਰਿਹਾ ਸੀ, ਹੋਰ ਸਾਨੂੰ ਸਟਰੋਂਗ ਕਰਕੇ ਭੇਜ ਰਹੇ ਹੋ ਕਿ ਹਾਂ ਵੀ ਬੰਦੇ ਤਾਂ ਖੜੇ ਹੀ ਖੜੇ ਨੇ ਅੱਗੇ ਤੇ ਜਨਾਨੀਆਂ ਵੀ ਆਪਣੇ ਅੱਗੇ ਖੜੀਆਂ ਨੇ। ਤੇ ਮੈਨੂੰ ਨਹੀਂ ਲੱਗ ਰਿਹਾ ਉਸ ਚੀਜ਼ ਨੂੰ ਕਿ ਮਤਲਬ ਆਪਾਂ ਨੂੰ ਨੈਗੇਟਿਵਲੀ ਦੇਖਣਾ ਚਾਹੀਦਾ ਹੈ। ਜਿਹੜਾ ਸ਼ੇਅਰ ਕਰ ਸਕਦੀ ਹੈ ਦੇਖੋ ਇਹ ਵਾਲਾ ਜਿਹੜਾ ਸੰਘਰਸ਼ ਹੈ ਆਪਣਾ, ਇਹਦੇ ਜੋ ਦੋ ਅਹਿਮ ਪਹਿਲੂ ਹੁਣ ਤੱਕ ਰਹੇ ਹੈ ਜਿਹਦੇ ਕਰਕੇ ਇਹ ਇੰਨਾ ਸਕਸੈਸਫੁਲ ਰਿਹਾ, ਉਹ ਸੀ ਕਿ ਆਪਾਂ ਜੋਸ਼ ਤੇ ਹੋਸ਼ ਨੂੰ ਬੜੇ ਹੀ ਬੈਲੈਂਸ ਤਰੀਕੇ ਨਾਲ ਯੂਜ਼ ਕੀਤਾ ਹੈ। ਜਿਹੜਾ ਆਪਣਾ ਯੂਥ ਸੀ, ਜਿਹੜਾ ਆਪਣਾ ਜੋਸ਼ ਸੀ, ਉਹਨੇ ਜਦੋਂ ਜੋਸ਼ ਦੀ ਜ਼ਰੂਰਤ ਪਈ ਬੈਰੀਕੇਡ ਤੋੜੇ, ਨਾਕੇ ਤੋੜੇ, ਦਿੱਲੀ ਨੇ ਹਰਿਆਣਾ ਦੀ ਸਰਕਾਰ ਨੇ ਜੋ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਅੱਗੇ ਹੋ ਕੇ ਉਹਦਾ ਸਾਹਮਣਾ ਕੀਤਾ। ਦੂਸਰੀ ਤਰਫ ਤੇ ਜਿਹੜੀ ਆਪਣੇ ਬਜ਼ੁਰਗ ਸੀ, ਬਜ਼ੁਰਗਾਂ ਨੇ ਜਿੱਥੇ ਹੋਸ਼ ਦੀ ਲੋੜ ਸੀ ਕਿ ਪੀਸਫੁਲ ਇਹਨੂੰ ਕਿਵੇਂ ਰੱਖਣਾ ਹੈ, ਅੰਡਰ ਕੰਟਰੋਲ ਕਿਵੇਂ ਰੱਖਣਾ ਹੈ, ਚੀਜ਼ਾਂ ਹੱਥੋਂ ਬਾਹਰ ਨਹੀਂ ਨਿਕਲਣੀਆਂ ਚਾਹੀਦੀਆਂ, ਗਵਰਨਮੈਂਟ ਨੂੰ ਗਵਰਨਮੈਂਟ ਦੇ ਤਰੀਕੇ ਨਾਲ ਕਿਵੇਂ ਹੈਂਡਲ ਕਰਨਾ ਹੈ, ਉੱਥੇ ਉਹਨਾਂ ਨੇ ਉਸ ਨੂੰ ਹਿੱਸਾ ਲਿਆ ਤੇ ਉਹਨੂੰ ਬਹੁਤ ਤਰੀਕੇ ਨਾਲ ਯੂਜ਼ ਕੀਤਾ। ਇਹ ਜਿਹੜਾ ਹੋਸ਼ ਤੇ ਜੋਸ਼ ਦਾ ਜਿਹੜਾ ਕੰਬੀਨੇਸ਼ਨ ਸੀ, ਉਹਦੇ ਕਰਕੇ ਅੱਜ ਆਪਾਂ ਇੱਥੇ ਪਹੁੰਚੇ ਜਿੱਥੇ ਅੱਜ ਆਪਾਂ ਇਸ ਅੰਦੋਲਨ ਨੂੰ ਪਹੁੰਚਾ ਸਕੇ ਹਾਂ। ਸੁਪਰੀਮ ਕੋਰਟ ਦਾ ਜਿਹੜਾ ਇਹ ਆਰਡਰ ਹੈ ਕਿ ਬੱਚੇ, ਬਜ਼ੁਰਗ ਤੇ ਔਰਤਾਂ ਨੂੰ ਵਾਪਸ ਘਰੇ ਪਹੁੰਚ ਦਿਓ, ਉਹਦੇ ਪਿੱਛੇ ਇੱਕ ਬੜੀ ਇੰਟਰਸਟਿੰਗ ਜੇ ਆਪਾਂ ਨੂੰ ਡੀਪਲੀ ਦੇਖੀਏ ਤਾਂ ਗਵਰਨਮੈਂਟ ਦੀ ਬੋਲੀ ਬੋਲ ਰਹੇ ਹੈ। ਸਿੰਪਲ ਤਰੀਕਾ, ਤੁਸੀਂ ਬੱਚਿਆਂ ਨੂੰ, ਔਰਤਾਂ ਨੂੰ, ਬਜ਼ੁਰਗਾਂ ਨੂੰ ਘਰੇ ਭੇਜ ਦਿਓ, ਪਿੱਛੇ ਕਿਹੜਾ ਰਹਿ ਗਿਆ? ਯੂਥ ਦੇ ਵਿੱਚ ਸਰਕਾਰ ਆਪਣੇ ਬੰਦੇ ਵਾੜੂਗੀ, ਠੀਕ ਹੈ, ਉਹਨਾਂ ਨੂੰ ਇਨਫਿਲਟਰੇਟ ਕਰਨ ਦੀ ਕੋਸ਼ਿਸ਼ ਕਰੂਗੀ, ਉਹਨੂੰ ਇੰਸਟੀਗੇਟ ਕਰਨ ਦੀ ਕੋਸ਼ਿਸ਼ ਕਰੂਗੀ, ਉੱਥੇ ਦੰਗੇ ਫਸਾਦ ਕਰਾਊਗੀ।
ਹੋਊਗਾ ਕਿ ਆਪਣੇ ਬੰਦੇ ਮਰਨਗੇ ਤੇ ਆਪਣਾ ਅੰਦੋਲਨ ਖਤਮ ਹੋਊਗਾ। ਸੋ ਇਹ ਤਾਂ ਬੇਸਿਕਲੀ ਸਰਕਾਰ ਦੀ ਸਾਜ਼ਿਸ਼ ਹੈ ਤੇ ਅੱਜ ਆਪਾਂ ਸਾਰੇ ਸਾਫ਼ ਹੀ ਦੇਖ ਰਹੇ ਹਾਂ ਕਿ ਜਿਹੜਾ ਕੋਰਟ ਹੈ ਆਪਣਾ ਉਹ ਸਰਕਾਰ ਦੀ ਬੋਲੀ ਬੋਲ ਰਿਹਾ ਹੈ। ਇਹ ਕਿਤੇ ਨਾ ਕਿਤੇ ਜਿਹੜੀ ਕਹਿ ਸਕਦੇ ਆ ਵੀ ਇਹ ਲੋਕਤੰਤਰ ਦੇ ਥੰਮ ਮੰਨੇ ਜਾਂਦੇ ਆ ਨਾ। ਇਹ ਦਿੱਲੀ ਦੀਆਂ ਉਹੀ ਸੜਕਾਂ ਜਿਹਦੇ ਉੱਤੇ ਥੋੜਾ ਲੰਬਾ ਸਮਾਂ ਪਹਿਲਾਂ ਇੱਕ ਕੁੜੀ ਦੇ ਨਾਲ ਭਰੀਆਂ ਹੋਈਆਂ ਸੜਕਾਂ ਦੇ ਉੱਤੇ ਕੁੜੀ ਦੇ ਨਾਲ ਬੱਸ ਦੇ ਵਿੱਚ ਬਹੁਤ ਜ਼ਿਆਦਾ ਵਧੀਕੀ ਹੁੰਦੀ ਹੈ ਤੇ ਉਹਨੂੰ ਭਰੀਆਂ ਹੋਈਆਂ ਸੜਕਾਂ ਦੇ ਉੱਤੇ ਹੀ ਸਿੱਟ ਦਿੱਤਾ ਜਾਂਦਾ ਹੈ ਨਾ ਮਰਨ ਦੇ ਲਈ। ਤੇ ਅੱਜ ਉਹੀ ਦਿੱਲੀ ਦੀਆਂ ਸੜਕਾਂ ਜਿਹਦੇ ਵਿੱਚ ਅਸੀਂ ਕੁੜੀਆਂ ਅੱਧੀ ਅੱਧੀ ਰਾਤ ਨੂੰ ਕੰਮ ਕਰਦੀਆਂ, ਕੀ ਫਰਕ ਪੈ ਗਿਆ? ਕੀ ਹੋ ਗਿਆ? ਅੱਤਵਾਦੀ ਆ ਗਏ ਤਾਂ ਸੇਫ ਹੋ ਗਈਆਂ? ਜੇ ਇਹੋ ਜਿਹੇ ਅੱਤਵਾਦੀ ਕੁੜੀਆਂ ਨੂੰ ਇਹ ਸਿਕਿਉਰਿਟੀ ਦੇ ਸਕਦੇ ਆ, ਮੈਂ ਤਾਂ ਕਹਿੰਦੀ ਇਹੋ ਜਿਹੇ ਅੱਤਵਾਦੀ ਦੇਸ਼ ਜਗ੍ਹਾ ਜਗ੍ਹਾ 'ਚ ਚਾਹੀਦੇ ਹੈ। ਜੇ ਇਹੋ ਜਿਹੀ ਜਗ੍ਹਾ ਤੇ ਜਿੱਥੇ ਸਰਕਾਰ ਤੇ ਜਿੱਥੇ ਸਾਰਾ ਦੇਸ਼ ਉਹਨਾਂ ਨੂੰ ਅੱਤਵਾਦੀ ਕਹਿ ਰਿਹਾ, ਉੱਥੇ ਕੁੜੀਆਂ ਆ ਕੇ ਅੱਜ ਨਿਡਰ ਹੋ ਕੇ ਜਿਸ ਟਾਈਮ ਤੇ ਮਰਜ਼ੀ ਘੁੰਮ ਰਹੀਆਂ ਹੈਗੀਆਂ ਤੇ ਉਹਦਾ ਅੱਤਵਾਦ ਤਾਂ ਫਿਰ ਬਹੁਤ ਚੰਗਾ ਹਰ ਜਗ੍ਹਾ ਤੇ ਹੋਣਾ ਚਾਹੀਦਾ ਹੈ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੀ ਹਾਂ ਕਿ ਜਿਹੜਾ ਕਿਤੇ ਨਾ ਕਿਤੇ ਔਰਤਾਂ ਦਾ ਹਰ ਇੱਕ ਹੀ ਅੰਦੋਲਨ ਦੇ ਵਿੱਚ ਇਹ ਹੁੰਦਾ ਰਿਹਾ ਵਾ ਕਿ ਔਰਤਾਂ ਦੀ ਬੜੀ ਵੱਡੀ ਸ਼ਮੂਲੀਅਤ ਰਹੀ ਆ। 1947 ਵੇਲੇ ਔਰਤਾਂ ਨੇ ਕੁਰਬਾਨੀਆਂ ਤਾਂ ਦਿੱਤੀਆਂ ਨੇ ਸਰੀਰਕ ਤੌਰ ਤੇ ਜਿਹੜਾ ਇੱਕ ਕਹਿੰਦੇ ਆ ਵੀ ਸਿਆਹ ਹੈਗਾ ਵਾ ਉਹ ਬਹੁਤ ਵੱਡੀਆਂ ਕੁਰਬਾਨੀਆਂ ਨਾ। ਭਗਤ ਸਿੰਘ ਦੇ ਨਾਲ ਭਾਬੀ ਦੁਰਗਾ ਦਾ ਬੜਾ ਵੱਡਾ ਜ਼ਿਕਰ ਆਉਂਦਾ। ਮਾਨਸਿਕ ਤੌਰ ਤੇ ਇੱਕ ਮਾਂ ਦੇ ਤੌਰ ਤੇ ਬੜਾ ਕੁਝ ਗਵਾਇਆ ਉਹਨੇ, ਇੱਕ ਪਤਨੀ ਹੋਣ ਦੇ ਤੌਰ ਤੇ ਬੜਾ ਕੁਝ ਗਵਾਇਆ। ਪਰ ਕਿਤੇ ਨਾ ਕਿਤੇ ਲੱਗਦਾ ਹੈ ਵੀ ਜਿਹੜਾ ਔਰਤਾਂ ਦੀਆਂ ਕੁਰਬਾਨੀਆਂ ਨੂੰ ਕ੍ਰੈਡਿਟ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਅੱਜ ਤੱਕ। ਹਾਂਜੀ, ਲੱਗਦਾ ਤਾਂ ਇਹ ਹੈ, ਬਟ ਇਹ ਜਿਹੜੀ ਮੁਹਿੰਮ ਆਪਾਂ ਦੇਖ ਰਹੇ ਹਾਂ, ਜਿੰਨਾ ਚਿਰ ਸਾਡੀਆਂ ਮਾਵਾਂ ਆਈਆਂ ਨਾਲ ਉਹਨਾਂ ਨੇ ਲੰਗਰ ਚਲਾਏ, ਉਹਦੇ ਬਿਨਾਂ ਸਫਲ ਹੀ ਨਹੀਂ ਹੋਣਾ ਸੀ। ਅੱਜ ਸਾਡੇ ਬੰਦੇ ਟੋਟਲ ਕ੍ਰੈਡਿਟ ਦੇ ਰਹੇ ਆ ਲੇਡੀਜ਼ ਨੂੰ, ਜਿੰਨੀ ਸਿਕਿਉਰਿਟੀ ਸਾਨੂੰ ਮਿਲ ਰਹੀ ਹੈ ਇੱਥੇ। ਸਾਡੇ ਬੱਚੇ ਆ ਰਹੇ ਆ, ਅਸੀਂ ਖੁਦ ਆ ਰਹੇ ਹਾਂ, ਕਿਸੇ ਇੱਕ ਫੈਮਿਲੀ ਮੈਂਬਰ ਵੀ ਤੁਹਾਨੂੰ ਮਨਾ ਨਹੀਂ ਕਰ ਰਿਹਾ। ਸਾਰੇ ਕਹਿ ਰਹੇ ਆ ਕਿ ਬਰਾਬਰ ਜਾ ਕੇ ਖੜੇ ਹੋ। ਟਾਈਮ ਬਦਲਿਆ, ਸਾਨੂੰ ਕ੍ਰੈਡਿਟ ਮਿਲ ਰਿਹਾ, ਆਈ ਫੀਲ ਬਹੁਤ ਮਿਲ ਰਿਹਾ। ਅਸੀਂ ਤਾਂ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਅਸੀਂ ਨਾਲ ਬਰਾਬਰ ਖੜੇ ਹਾਂ। ਤੇ ਜਿਹੜੀਆਂ ਮਾਵਾਂ ਜਿਨ੍ਹਾਂ ਨੂੰ ਕਹਿ ਰਹੇ ਆ ਕਿ ਸ਼ਾਹੀਨ ਬਾਗ ਵਾਲੀ ਤੇ ਸਾਡੇ ਵਿਕਾਊ ਹੈ, ਉਹਨਾਂ ਮਾਵਾਂ ਨੇ ਸਾਡੇ ਮੋਰਚੇ ਦਾ ਥੰਮ ਬੰਨਿਆ। ਉਹਨਾਂ ਨੇ ਫਾਊਂਡੇਸ਼ਨ ਉਹਨਾਂ ਨੇ ਲੇ ਕੀਤੀ ਹੈ। ਅੱਜ ਬਜ਼ੁਰਗ ਬਿਨਾ ਉਹਨਾਂ ਤੋਂ ਨਹੀਂ ਆ ਸਕਦੇ ਸੀ, ਖਾਣਾ ਸਾਡੇ ਤੋਂ ਬਿਨਾ ਨਹੀਂ ਚੱਲ ਸਕਦਾ ਸੀ। ਆਫ ਕੋਰਸ ਹੈਲਪ ਕਰ ਰਿਹਾ ਯੂਥ, ਬਹੁਤ ਹੈਲਪ ਕਰ ਰਿਹਾ, ਯੰਗ ਬॉयਜ਼ ਬਹੁਤ ਹੈਲਪ ਕਰ ਰਹੇ, ਬਟ ਵਿਦਆਊਟ ਆ ਮਦਰਸ, ਵਿਦਆਊਟ ਆ ਸਿਸਟਰਸ ਜਿਹੜੀਆਂ ਸਾਡੇ ਤੋਂ ਬਹੁਤ ਪਹਿਲਾਂ ਦੇ ਹੈ, ਔਰ ਉਹਨਾਂ ਨੂੰ ਅਸੀਂ ਸੈਲਿਊਟ ਕਰਦੇ ਹਾਂ। ਦੇ ਆਰ ਸੋ ਬਰੇਵ। ਉਹਨਾਂ ਵਰਗੀ ਬਰੇਵਰੀ ਤਾਂ ਤੁਸੀਂ ਕਿਤੇ ਦੇਖੀ ਨਹੀਂ ਜੀ ਇਸ ਠੰਡ ਵਿੱਚ। 70 80 ਸਾਲ ਦੀਆਂ ਮਾਵਾਂ ਜਿਨ੍ਹਾਂ ਦੇ ਬੱਚੇ ਵੀ ਹੈ ਨਹੀਂ, ਉਹ ਕਹਿੰਦੇ ਸਭ ਕੁਰਬਾਨ ਕੀਤਾ, ਬਟ ਇਹਨਾਂ ਬੱਚਿਆਂ ਪਿੱਛੇ, ਸਾਡੇ ਬੱਚਿਆਂ ਦੇ ਫਿਊਚਰ ਪਿੱਛੇ ਉਹ ਲੇਡੀਜ਼ ਦਿਨ ਰਾਤ ਇੱਥੇ ਬੈਠੀਆਂ ਹੋਈਆਂ, ਬੇਫਿਕਰ ਪਿੰਨੀਆਂ ਬਣਾ ਰਹੀਆਂ, ਪਕੌੜੇ ਬਣਾ ਰਹੀਆਂ, ਸਾਨੂੰ ਖਵਾ ਰਹੀਆਂ। ਉਹਨਾਂ ਤੋਂ ਬਿਨਾਂ ਅਸੀਂ ਕਿਵੇਂ ਬੈਠ ਸਕਦੇ ਸੀ? ਐਂਡ ਟੋਟਲੀ ਪੀਸਫੁਲੀ ਸਾਰਿਆਂ ਦਾ ਬੈਲੈਂਸ ਇਹ ਜਿਹੜੀਆਂ ਔਰਤਾਂ ਨਾਲ ਆਈਆਂ ਨਾ ਜੀ, ਉਹਨਾਂ ਨੇ ਕ੍ਰੀਏਟ ਕੀਤਾ। ਬਿਕੋਜ਼ ਅਸੀਂ ਸਾਰੇ ਇੱਥੇ ਵੀ ਆਰ ਅ ਬਿਗ ਫੈਮਿਲੀ ਹੀਅਰ। ਵੀ ਆਰ ਨਾਟ ਕੋਈ ਅਸੀਂ ਆਇਆ ਨਹੀਂ ਆਏ ਹੈਗੇ ਕਿ ਅਸੀਂ ਐਵੇਂ ਮੂੰਹ ਚੱਕ ਕੇ ਤੁਰ ਪਏ। ਇਹ ਜਦੋਂ ਤੁਹਾਡੇ ਦਿਲ ਨੂੰ ਸੱਟ ਵੱਜਦੀ ਹੈ ਨਾ, ਜਦੋਂ ਤੁਹਾਡੇ ਘਰ ਨੂੰ ਕੋਈ ਪੈਂਦਾ ਹੈ ਨਾ ਜੀ, ਉਹ ਬਰਦਾਸ਼ਤ ਨਹੀਂ ਹੁੰਦਾ। ਅਸੀਂ ਕੁਰਬਾਨੀਆਂ ਦਿੱਤੀਆਂ ਐਜ਼ ਪੰਜਾਬੀਜ਼ ਇਨ ਦ ਕੰਟਰੀ। ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਦੀਆਂ ਮੰਨੀਆਂ। ਐਂਡ ਆਫ ਕੋਰਸ ਹਰਿਆਣਾ ਨਹੀਂ, ਹਰੇਕ ਸਟੇਟ ਦਾ ਕਿਤੇ ਨਾ ਕਿਤੇ ਕੰਟਰੀਬਿਊਸ਼ਨ ਹੈ। ਕਿੱਥੇ ਆਪਾਂ ਨੂੰ ਫੈਡਰਲ ਸਟਰਕਚਰ ਦੇਣ ਦੀ ਗੱਲ ਕਰ ਰਹੇ ਸੀ ਮੋਦੀ ਸਾਹਿਬ, ਤੇ ਅੱਜ ਉਹਨਾਂ ਨੇ ਇਟ ਇਜ਼ ਬਿਕਮ ਅ ਡਿਕਟੇਟੋਰੀਅਲ ਗਵਰਨਮੈਂਟ। ਮਤਲਬ ਇਹ ਕਰ ਰਹੇ ਹੈ ਮੋਦੀ ਸਾਹਿਬ, ਉਹਨਾਂ ਨੂੰ ਦਿਖ ਨਹੀਂ ਰਿਹਾ। ਇੰਡੋਨੇਸ਼ੀਆ ਤੇ ਕਮੈਂਟ ਕਰ ਰਹੇ ਹੈ, US ਤੇ ਟਵੀਟ ਕਰ ਰਹੇ ਹੈ, ਤੇ ਜਿਹੜੇ ਕਿਸਾਨ ਦਿਨ ਰਾਤ ਇੱਥੇ ਮਰ ਰਹੇ ਆ ਉਹਦੇ ਵਾਸਤੇ ਨਾਟ ਈਵਨ ਅ ਸਿੰਗਲ ਟਵੀਟ, ਇੱਕ ਹਾਂ ਦਾ ਨਾਰਾ ਨਹੀਂ ਨਿਕਲਿਆ ਉਹਨਾਂ ਦੇ ਮੂੰਹ ਚੋਂ। ਇੱਕੋ ਸਟੈਪ ਬੈਕ ਕਰਨਾ ਸੀ, ਕਿੱਡੀ ਵੱਡੀ ਗੱਲ ਸੀ। ਸਟੈਪ ਬੈਕ ਨਹੀਂ ਕਰ ਸਕੇ। ਐਡੀ ਵੱਡੀ ਇੰਨੀ ਮੈਸਿਵ ਈਗੋ ਹੋਗੀ, ਇੰਨੀ ਪੂਜਾ, ਇੰਨੀ ਭਗਤੀ, ਕੋਈ ਫਾਇਦਾ ਨਹੀਂ। ਇਹਦੇ ਵਿੱਚ ਇਹ ਵੀ ਹੋਇਆ ਕਿ ਸਾਡੇ ਪੰਜਾਬ ਦੇ ਵਿੱਚ ਅਸੀਂ ਆਨਰ ਟੀਮ ਦੇ ਜ਼ਰੀਏ ਇਹੋ ਜਿਹੇ ਘਰਾਂ 'ਚ ਗਏ ਆ ਜਿਹੜੇ ਵੀਰੇ ਅੰਦੋਲਨ ਦੇ ਵਿੱਚ ਆਉਂਦੇ ਹੋਏ ਸ਼ਹੀਦ ਹੋ ਗਏ, ਇੱਥੇ ਆ ਕੇ ਸ਼ਹੀਦ ਹੋ ਗਏ। ਨਿੱਕੇ ਨਿੱਕੇ ਬੱਚੇ ਛੱਡ ਕੇ, ਬੁੱਢੀ ਮਾਂ ਤੇ ਘਰ ਵਾਲੀ ਨੂੰ ਛੱਡ ਕੇ ਉਹ ਹਮੇਸ਼ਾ ਲਈ ਸ਼ਹੀਦ ਹੋ ਗਏ। ਜਿਹੜੀ ਗਵਰਨਮੈਂਟ ਨੂੰ ਸਾਡੀਆਂ ਮੰਗਾਂ ਹੀ ਨਜਾਇਜ਼ ਲੱਗ ਰਹੀਆਂ, ਉਹ ਬਾਰ-ਬਾਰ ਕਹਿ ਰਹੇ ਆ ਵੀ ਇਹ ਬਿੱਲ ਬਹੁਤ ਜ਼ਿਆਦਾ ਵਧੀਆ, ਤੁਹਾਨੂੰ ਸਮਝ ਨਹੀਂ ਆ ਰਹੇ, ਤੁਹਾਡੇ ਫਾਇਦੇ ਲਈ ਆ। ਕਿ ਸਾਡੇ ਲੋਕ ਸੱਚਮੁੱਚ ਇੰਨੇ ਨਾ ਸਮਝ ਆ ਕਿ ਉਹਨਾਂ ਨੂੰ ਬਿੱਲ ਨਹੀਂ ਸਮਝ ਆ ਰਹੇ ਤੇ ਉਹ ਆਪਣੇ ਜਿਹੜੀਆਂ ਕੀਮਤੀ ਜਾਨਾਂ ਗਵਾ ਰਹੇ ਆ ਤੇ ਘਰ ਪਿੱਛੇ ਕਿਸੇ ਦੇ ਆਸਰੇ ਨਹੀਂ ਛੱਡ ਰਹੇ? ਨਹੀਂ ਜੀ, ਜਾਨਾਂ ਗਵਾਉਣੀਆਂ ਬਹੁਤ ਔਖੀਆਂ। ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤ ਤੁਰ ਗਏ, ਉਹਨਾਂ ਬੀਵੀਆਂ ਨੂੰ ਪੁੱਛੋ, ਉਹਨਾਂ ਦੇ ਬੱਚਿਆਂ ਨੂੰ ਪੁੱਛੋ ਜਿਨ੍ਹਾਂ ਦੇ ਚੁੱਲ੍ਹਿਆਂ 'ਚ ਅੱਗ ਬੁਝ ਗਈ। ਇਹ ਕਹਿਣਾ ਆਸਾਨ ਹੈ, ਆਪਾਂ ਨੂੰ ਮੈਨੀਪੂਲੇਟ ਕਰ ਰਹੇ ਹਾਂ। ਕਿਉਂ? ਬਾਕੀ ਸਟੇਟਸ 'ਚ ਕੀ ਹੋਇਆ, UP ਬਿਹਾਰ 'ਚ ਕੀ ਹੋਇਆ? ਅੱਜ ਆ ਨਹੀਂ ਰਹੀ ਲੇਬਰ ਆਪਣੇ ਸਮਾਲ ਫਾਰਮਰਸ ਦੀ, ਇਹ ਜਿਨ੍ਹਾਂ ਨੂੰ ਇਹ ਖਤਮ ਕਰਨਾ ਚਾਹ ਰਹੇ ਹੈ। ਕਾਰਪੋਰੇਟ ਬਾਡੀਜ਼ ਲਿਆ ਕੇ ਕੀ ਚਾਹੁੰਦੇ? ਕਬਜ਼ੇ ਕਰ ਲਈਏ। ਅੱਜ ਆਪਾਂ ਨੂੰ ਅੱਛਾ ਪ੍ਰਾਈਸ ਦੇਣਗੇ, ਚਲੋ ਜੀ ਆ ਜਾਓ, ਅੱਜ ਤੁਹਾਨੂੰ ਅਸੀਂ ਲੱਖ ਰੁਪਇਆ ਕਿੱਲਾ ਦਿੰਦੇ ਹਾਂ, ਕੱਲ ਨੂੰ ਸਾਨੂੰ ਦੇਣਾ ਕੁਛ ਨਹੀਂ, 10,000 ਤੇ ਵੀ ਛੱਡਾਂਗੇ। ਕੀ ਕਰਾਂਗੇ? ਅਲਟੀਮੇਟਲੀ ਲੇਬਰ ਕਰਾਂਗੇ ਨਾ। ਉਹ ਇਹ ਸੋਚਦੇ ਅਸੀਂ, ਠੀਕ ਇੱਕ MSP ਦੀ ਲਾਈਨ ਪਾਉਣੀ ਸੀ ਇਨੀਸ਼ੀਅਲੀ, ਇੱਕ MSP ਦੀ ਡਿਮਾਂਡ ਸੀ ਕਿ ਉਹ ਵਿੱਚ ਪਾ ਦਿਓ। ਇਨੀਸ਼ੀਅਲੀ ਜਦੋਂ ਇਹ ਸ਼ੁਰੂ ਹੋਇਆ ਹੈ, ਕਿਸਾਨ ਜਥੇਬੰਦੀਆਂ ਨੇ ਅਪੀਲ ਕੀਤੀ ਸੀ
ਕਿ ਤੁਸੀਂ ਸਿਰਫ ਇੱਕ ਲਾਈਨ ਪਾ ਦਿਓ ਕਿ ਸਾਨੂੰ MSP ਖਤਮ ਨਾ ਕਰੋ, ਕਾਰਪੋਰੇਟਸ ਔਨ। ਠੀਕ ਹੈ, ਜੇ ਜ਼ਿਆਦਾ ਦੇਣਗੇ ਅਸੀਂ ਕਾਰਪੋਰੇਟ, ਸਾਡੀ ਮਰਜ਼ੀ ਤਾਂ ਹੋਵੇ ਨਾ, ਅਸੀਂ ਰੁਲੀਏ ਤਾਂ ਨਾ। ਉਹਨਾਂ ਨੇ MSP ਖਤਮ, ਉਹ ਕਹਿੰਦੇ ਜੀ ਉਹ ਲਾਈਨ ਨਹੀਂ ਪਾਉਣੀ, ਅਸੀਂ ਸਟੈਪ ਬੈਕ ਨਹੀਂ ਕਰਨਾ, ਵੀ ਆਰ ਦਾ ਹਾਈ ਐਂਡ ਦਾ ਮਾਈਟੀ, ਅਸੀਂ ਤਾਂ ਉੱਥੇ ਬੈਠੇ ਹਾਂ ਸਿੰਘਾਸਨ ਤੇ। ਤੁਹਾਨੂੰ ਫੀਲ ਆ ਰਹੀ ਹੈ, ਤੁਹਾਨੂੰ ਨਾਟਸੀਜ਼ ਵਾਲੀ ਫੀਲਿੰਗ ਆ ਰਹੀ ਹੈ ਇੱਥੇ ਕਿ ਜਿਵੇਂ ਮੋਦੀ ਸਾਹਿਬ ਚੱਲ ਰਹੇ ਹੈ? ਸਮਝ ਗਏ? ਦੇਖੋ ਨਾ, ਸਰਕਾਰ ਲੋਕਤੰਤਰਿਕ ਸਰਕਾਰ ਹੁੰਦੀ ਹੈ, ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਦੇ ਲਈ, ਹੈ ਨਾ। ਤੇ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਵੈਸੇ ਤਾਂ ਜਿਹੜੀ ਲੋਕਤੰਤਰਿਕ ਸਰਕਾਰ ਹੁੰਦੀ ਹੈ ਲੋਕਾਂ ਦੀ ਸੇਫਟੀ ਦੇ ਲਈ ਹੁੰਦੀ, ਲੋਕਾਂ ਨੂੰ ਸੁੱਖ ਪਹੁੰਚਾਉਣਾ ਨਾ। ਆ ਜਦੋਂ ਦੇ ਆਪਾਂ ਬਾਹਲੇ ਸਵਾਲ ਜੇ ਕਰਨ ਲੱਗੇ ਆ, ਉਹ ਕਹਿੰਦੇ ਆ ਵੀ ਤੁਹਾਨੂੰ ਸਮਝ ਨਹੀਂ ਆ ਰਹੀ, ਤੇ ਜਿਹੜੇ ਉਹ 500-400 ਬੰਦਾ ਬੈਠਾ ਉਹਨਾਂ ਨੂੰ ਸਮਝ ਆ ਰਹੀ ਆ। ਤੁਸੀਂ ਕਦੇ ਇੰਨਾ ਦੇਸ਼ ਨੂੰ ਵੰਡਿਆ ਹੋਇਆ ਕਦੇ ਦੇਖਿਆ ਸੀ? ਤੁਸੀਂ ਕਦੇ ਦੇਖਿਆ ਸੀ? ਤੁਸੀਂ ਦੇਖ ਰਹੇ ਹੋ ਜਿਹੜਾ ਅਮਰੀਕਾ 'ਚ ਹੋ ਰਿਹਾ, ਜਿਹੜਾ ਰੇਸਿਜ਼ਮ ਉਹ ਆਪਣੀ ਕੰਟਰੀ 'ਚ ਆ ਰਿਹਾ। ਆਪਾਂ ਜਿੰਨਾ ਆਪਣਾ ਸੈਕੂਲਰ ਨੇਸ਼ਨ ਸੀ, ਜੋ ਮਰਜ਼ੀ ਹੋ, ਕੋਈ ਕਿਸੇ ਦੇ, ਅੱਜ ਤੁਸੀਂ ਮੈਨੂੰ ਕਹਿ ਦਿਓ ਕਿਸੇ ਸਾਹਮਣੇ ਕੋਈ ਨਹੀਂ ਡਰਦਾ ਸੀ, ਅੱਗੇ ਹੋ ਕੇ ਅਗਲੇ ਪਿੱਛੇ ਜਾਨ ਦਿੰਦਾ ਸੀ, ਨੋ ਮੈਟਰ ਕੋਈ ਰਿਲੀਜਨ ਹੋਵੇ, ਨੋ ਮੈਟਰ ਕੋਈ ਕਾਸਟ ਹੋਵੇ। ਇੱਕ ਆਪਣਾ ਬਹੁਤ ਹੀ ਸੈਕੂਲਰ ਨੇਸ਼ਨ ਸੀ ਜਿਹੜਾ ਕਿ ਅੱਜ ਇਹਨਾਂ ਨੇ ਤਾਰ-ਤਾਰ ਕਰਤਾ। ਇਹਨਾਂ ਨੇ ਇੰਨਾ ਖਰਾਬ ਕਰਤਾ ਦੇਸ਼ ਦਾ ਮਾਹੌਲ ਇਨ ਐਵਰੀ ਸਟੇਟ। ਮੋਦੀ ਸਾਹਿਬ ਵੀ ਕਹਿੰਦੇ ਸੀ, ਸਾਡੇ ਪੰਜਾਬ ਦੇ ਜਿਹੜੇ ਹਾਕਮ ਉਹ ਵੀ ਕਹਿੰਦੇ ਸੀ ਅਸੀਂ ਇਹ ਕੈਲੀਫੋਰਨੀਆ ਬਣਾ ਦੇਣਾ ਹੈਗਾ, ਅਸੀਂ ਜਿਹੜਾ ਅਮਰੀਕਾ ਦੇ ਬਰਾਬਰ। ਦੇਖੋ ਅਮਰੀਕਾ ਦੇ ਬਰਾਬਰ ਤਾਂ ਅਸੀਂ ਖੜ ਗਏ ਆ ਜਾ ਕੇ, ਉੱਥੇ ਵੀ ਜਿਹੜੇ ਦੰਗੇ ਹੋ ਰਹੇ ਆ ਤੇ ਦੰਗੇ ਸੁੱਖ ਨਾਲ ਇੱਥੇ ਵੀ ਵਾਹਵਾ ਕਰਵਾਏ ਜਾਂਦੇ ਆ। ਇਹ ਇਦਾਂ ਦੀ ਬਰਾਬਰੀ ਕਰਨੀ ਸੀ ਭਾਰਤ ਨੇ। ਇਹਨਾਂ ਨੇ ਬਰਾਬਰੀ ਫਿਰ ਫਰੈਂਡਸ਼ਿਪ ਕੀਤੀ ਨਾ ਜੀ ਟਰੰਪ ਨਾਲ, ਫਿਰ ਉਹਦੀ ਬਰਾਬਰੀ ਤਾਂ ਆਪਾਂ ਕਰਨੀ ਸੀਗੀ। ਉਹ ਲੈ ਗਿਆ, ਇਹ ਲੈਂਦੇ ਨਹੀਂ ਪਏ, ਲਾ ਲਾਂਗੇ ਕੋਈ ਗੱਲ ਨਹੀਂ। ਜਦੋਂ ਹਰਿਆਣੇ ਤੇ ਪੰਜਾਬ ਦੇ ਵਿੱਚ ਪਾੜ ਪਾਇਆ ਜਾ ਰਿਹਾ ਸੀ ਸਰਕਾਰਾਂ ਵੱਲੋਂ, ਹੁਣ ਜਦੋਂ ਹਰਿਆਣੇ ਤੇ ਪੰਜਾਬੀਆਂ ਦੀ ਫਰੈਂਡਸ਼ਿਪ ਹੋ ਗਈ ਆ, ਉਹ ਕਿਤੇ ਨਾ ਕਿਤੇ ਠੀਕ ਨਹੀਂ ਲੱਗ ਰਹੀ ਉਹਨਾਂ ਨੂੰ। ਆਫ ਕੋਰਸ ਠੀਕ ਕਿਉਂ ਲੱਗੂਗੀ? ਆਪਾਂ ਇੱਕ ਸੀਗੇ, ਹਰਿਆਣਾ ਐਂਡ ਪੰਜਾਬ ਇੱਕ ਪੰਜਾਬ ਸੀ, ਐਂਡ ਇਹਨਾਂ ਨੇ ਇਹਨਾਂ ਨੂੰ ਡਿਫਰੈਂਸ਼ੀਏਟ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੇ ਦੇ ਵਿੱਚ ਡਿਫਰੈਂਸਸ ਪਾਓ। ਕਿਉਂ ਸਹੀ ਹੈ? ਹਰਿਆਣੇ ਦਾ ਉਨਾ ਹੀ ਯੋਗਦਾਨ ਹੈ, ਸਾਡੇ ਤੋਂ ਵੱਧ ਯੋਗਦਾਨ ਹੈ। ਅਸੀਂ ਪਹਿਲਾਂ ਆ ਗਏ, ਇਹ ਨਾਲ ਆ ਗਏ, ਇਹਨਾਂ ਨੂੰ ਡਰਾਇਆ, ਸੜਕਾਂ ਪੱਟਦੀਆਂ, ਹਾਈਵੇਜ਼ ਕਦੇ ਪੱਟੇ ਸੁਣੇ ਆ ਤੁਸੀਂ? ਐਮਰਜੈਂਸੀਜ਼, ਨੈਸ਼ਨਲ ਐਮਰਜੈਂਸੀ, ਉਹ ਜਨਤਕ ਸੰਪਤੀ ਜਨਤਾ ਨਹੀਂ ਖਰਾਬ ਕਰ ਸਕਦੀ ਨਾ, ਸ਼ਾਇਦ ਸਰਕਾਰ ਕੋਲੇ ਹੱਕ ਹੋਵੇ। ਹਾਂ ਰਾਈਟ, ਸਰਕਾਰ ਦਾ ਹੱਕ ਹੈ। ਫਿਰ ਇਹਨੂੰ ਡਿਕਟੇਟੋਰੀਅਲ ਗਵਰਨਮੈਂਟ ਕਹੋ ਨਾ, ਡੈਮੋਕ੍ਰੇਸੀ ਕਿਉਂ ਕਹਿ ਰਹੇ ਹੋ? This is not the largest democracy in the world. It's becoming a dictatorial, but totally a totalitarian government where the people have no say. They are trying to suppress us. ਇੰਨਾ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਦੇ ਖਾਲਿਸਤਾਨੀ ਕਿਹਾ ਜਾ ਰਿਹਾ, ਕਦੇ ਪਾਕਿਸਤਾਨੀ, ਹਰੀਆਂ ਚੁੰਨੀਆਂ ਪਾਕਿਸਤਾਨੀ ਪਾਉਂਦੇ। ਵਾਹ, ਹਰਾ ਰੰਗ ਕਦੋਂ ਹੋ ਗਿਆ ਬਈ? ਪਾਕਿਸਤਾਨ ਦਾ ਕਬਜ਼ਾ ਇਹਦੇ ਤੇ ਤੁਹਾਡਾ। ਜੇ ਕੇਸਰੀ ਪਾ ਲਿਆ ਤੇ ਖਾਲਿਸਤਾਨੀ ਪਾਉਂਦੇ ਆ, ਤੇ ਜਿਹੜੇ ਹਿੰਦੂਸ ਕੇਸਰੀ ਪਾਉਂਦੇ ਆ। ਉਹ ਭਾਜਪਾ ਦੇ ਜਿਹੜੇ ਆਗੂ ਉਹਨਾਂ ਦਾ ਤਾਂ ਇਹ ਵੀ ਬਿਆਨ ਆਇਆ ਵੀ ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਤੋਂ ਕੋਈ ਦਿੱਕਤ ਹੈਗੀ ਆ, ਉਹਨਾਂ ਦੀ ਜਿਹੜੀ ਮੈਂਟੈਲਿਟੀ ਪਾਕਿਸਤਾਨੀ, ਉਹਨਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ। ਵੈਲ, ਇਹਨਾਂ ਨੂੰ ਇਹ ਹੁਣ ਤੁਸੀਂ ਕੀ ਇਹਨਾਂ ਤੇ ਕਮੈਂਟ ਕਰਨਾ ਬਣਦਾ ਵੀ ਹੈ? ਤੁਸੀਂ ਉਹਨਾਂ ਦੀ ਮੈਂਟੈਲਿਟੀ ਬਾਰੇ ਹੁਣ ਆਪਾਂ ਨੂੰ ਕੁਝ ਕਹਿਣ ਦੀ ਲੋੜ ਹੈ? ਜਦੋਂ ਉਹਨਾਂ ਦੀ ਇੱਕੋ ਹੀ ਮੈਂਟੈਲਿਟੀ ਹੋ ਗਈ ਕਿ ਆਪਾਂ ਦੇਸ਼ ਨੂੰ ਖਤਮ ਕਰਨਾ ਹੈ, ਜਿਵੇਂ ਮਰਜ਼ੀ ਕਰ ਲਈਏ, ਸੋ ਬਟ ਹੋਣ ਨਹੀਂ ਦੇਣਾ। ਇਹ ਜਿਹੜਾ ਮੰਜ਼ਰ ਜਿਹੜਾ ਅੱਜ ਦਾ ਜਿਹੜਾ ਔਰਤ ਕਿਸਾਨ ਦਿਵਸ ਦਾ ਦੇਖਣ ਨੂੰ ਟ੍ਰੇਲਰ ਆ, ਹਜੇ ਪੂਰੇ ਦਿਨ ਕੀ ਹੋਊਗਾ। ਮੈਂ ਇੱਕ ਜ਼ਰੂਰ ਕੈਮਰਾਮੈਨ ਨੂੰ ਚਾਹੂੰਗੀ ਕਿ ਤੁਸੀਂ ਦਿਖਾ ਦੇਵੋ ਕਿ ਹਰੀਆਂ ਜਿਹੜੀਆਂ ਪੱਗਾਂ ਬੰਨ੍ਹ ਕੇ ਸਾਡੀਆਂ ਕੁੜੀਆਂ ਚੰਡੀਗੜ੍ਹ ਤੋਂ ਪਹੁੰਚੀਆਂ ਹੈਗੀਆਂ। ਇਹ ਵੀ ਮੈਂ ਜਾਣਨਾ ਚਾਹੁੰਦੀ ਹਾਂ ਵੀ ਇਹ ਆਈਡੀਆ ਕਿੱਥੋਂ ਆਇਆ ਕਿ ਪੱਗਾਂ ਬੰਨ੍ਹ ਕੇ ਜਾਣਾ ਅੱਜ? ਹਰਾ ਰੰਗ ਕਿਸਾਨੀ ਦਾ ਹੈ, ਹਰਾ ਰੰਗ ਖੁਸ਼ਹਾਲੀ ਦਾ ਹੈ, ਤੇ ਸਾਡੇ ਸਾਰੇ ਅੱਜ ਕਿਸਾਨ ਜਿਹੜੇ ਇੱਥੇ ਹਰੀਆਂ ਪੱਗਾਂ ਬੰਨ੍ਹ ਕੇ ਬੈਠੇ ਹੈ। ਅੱਜ ਇਹ ਦਿਨ ਸੀਗਾ ਔਰਤਾਂ ਦਾ, ਜਦੋਂ ਔਰਤਾਂ ਆ ਕੇ ਬੇਸਿਕਲੀ ਸੈਲੀਬ੍ਰੇਟ ਕਰ ਰਹੀਆਂ ਆਪਣਾ ਇੱਕ ਵੂਮਨ ਫਾਰਮਰਸ ਡੇ। ਤੇ ਜਦੋਂ ਕਿਸਾਨੀ ਦਾ ਰੰਗ ਹੀ ਹਰਾ, ਤੇ ਇੱਕ ਫਾਰਮਰ ਵੂਮਨ ਹਰਾ ਕਿਉਂ ਨਾ ਪਾਊਗੀ? ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦੀ ਹਾਂ ਕਿ ਜਿਹੜਾ ਆ ਅੰਦੋਲਨਾਂ ਨੇ ਬੜੇ ਹੀ ਸੋਹਣਾ ਇਤਿਹਾਸ ਸਿਰਜ ਦਿੱਤਾ, ਬੜੀਆਂ ਸੋਹਣੀਆਂ ਜਿਹੜੀਆਂ ਸ਼ੁਰੂਆਤਾਂ ਹੋ ਰਹੀਆਂ ਹੈਗੀਆਂ। ਜਦੋਂ ਅਸੀਂ ਜਿੱਤ ਕੇ ਵਾਪਸ ਪੰਜਾਬ ਨੂੰ ਜਾਣਾ, ਕਿਵੇਂ ਦੇ ਵੱਡੇ ਬਦਲਾਅ ਜਿਹੜੇ ਪੰਜਾਬ 'ਚ ਤੁਸੀਂ ਦੇਖਣੇ ਆ ਹੁਣ? ਇਸ ਅੰਦੋਲਨ ਨੇ ਜੀ ਪੂਰੇ ਦੇਸ਼ ਨੂੰ ਇਕੱਠਾ ਕਰਤਾ। ਇਟ ਸਟਾਰਟਡ ਐਜ਼ ਅ ਫਾਰਮਰਸ ਪ੍ਰੋਟੈਸਟ, ਪਰ ਹੁਣ ਇਹ ਸੇਵ ਡੈਮੋਕ੍ਰੇਸੀ ਵਾਲਾ ਇੱਕ ਪ੍ਰੋਟੈਸਟ ਬਣ ਗਿਆ ਜਿਹਦੇ 'ਚ ਪੂਰਾ ਇੰਡੀਆ ਇਕੱਠਾ ਹੋ ਗਿਆ। ਤੇ ਜਦੋਂ ਅਸੀਂ ਵਾਪਸ ਜਾਵਾਂਗੇ, ਜਿੱਤ ਕੇ ਜਾਵਾਂਗੇ, ਐਂਡ ਇੰਨੀ ਖੁਸ਼ੀ ਦੇ ਨਾਲ ਜਾਵਾਂਗੇ ਤੇ ਪੂਰਾ ਦੇਸ਼ ਇਕੱਠਾ ਕਰਕੇ ਜਾਵਾਂਗੇ। ਠੀਕ ਹੈ, ਕਿ ਹੁਣ ਵਾਕਈ ਅਸੀਂ ਲੋਕ ਕੈਲੀਫੋਰਨੀਆ ਬਣਾ ਲਾਂਗੇ, ਕਿਉਂਕਿ ਸਰਕਾਰਾਂ ਸ਼ਾਇਦ ਨਹੀਂ ਬਣਾ ਸਕਦੀਆਂ, ਲੋਕਾਂ ਨੇ ਹੀ ਬਣਾਉਣਾ ਸੀ ਕੈਲੀਫੋਰਨੀਆ, ਕਿ ਹੁਣ ਵਾਕਈ ਅਸੀਂ ਉਹ ਸੋਹਣਾ ਪੰਜਾਬ ਸਿਰਜਾਂਗੇ ਕਿਉਂਕਿ ਲੋਕ ਅਵੇਅਰ ਹੋ ਗਏ ਆ। ਲੋਕਾਂ 'ਚ ਅਵੇਅਰਨੈਸ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਆਈ ਹੈ ਇਸ ਸਰਕਾਰ ਬਾਰੇ, ਇਸ ਸਰਕਾਰ ਦੀਆਂ ਪਾਲਿਸੀਜ਼ ਬਾਰੇ। ਕੈਲੀਫੋਰਨੀਆ ਬਣਨਾ ਆਈ ਡੋਂਟ ਥਿੰਕ ਕਿ ਉਹ ਜ਼ਿਆਦਾ ਇੰਪੋਰਟੈਂਟ ਹੈ, ਪਰ ਪੰਜਾਬ ਨੂੰ ਪੰਜਾਬ ਰੱਖਣਾ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਅਸੀਂ ਪੂਰੀ ਕੰਟਰੀ ਨੂੰ ਪੰਜਾਬ ਦਿਖਾਤਾ, ਪੂਰੀ ਕੰਟਰੀ ਨੂੰ ਪੰਜਾਬ ਦੇ ਨਾਲ ਜੋੜਤਾ, ਪੂਰੀ ਕੰਟਰੀ ਨੂੰ ਇਕੱਠਾ ਜੋੜਤਾ, ਜੋ ਇਹ ਸਰਕਾਰ ਨਹੀਂ ਸੀ ਕਰ ਪਾ ਰਹੀ। ਜੇ ਅਸੀਂ ਇਹ ਕਰ ਸਕਦੇ ਹਾਂ, ਫਿਰ ਅਸੀਂ ਜਿੱਤ ਕੇ ਹੀ ਵਾਪਸ ਜਾਵਾਂਗੇ। ਸੋ ਇਹ ਅੱਜ ਦੇ ਦਿਨ ਦੀ ਸ਼ੁਰੂਆਤ ਹੈ। ਅਸੀਂ ਪੰਜਾਬ ਦੀਆਂ ਧੀਆਂ, ਪੰਜਾਬ ਦੀਆਂ ਭੈਣਾਂ,
ਸਾਰੀ ਇਹ ਬੈਨਰ ਲੈ ਕੇ ਇੱਥੇ ਆਈਆਂ, ਇੱਕ ਵਾਰ ਸਾਰਿਆਂ ਦਾ ਉਹ ਜ਼ਰੂਰ ਦੇਖ। ਬਿਲਕੁਲ ਜੀ ਬਿਲकुल। मैं किसान एकता किसान एकता। ਇਹ ਤੁਸੀਂ ਸੁਣ ਰਹੇ ਹੋ ਅੱਜ ਦੇ ਕਿਸਾਨ ਔਰਤ ਦਿਵਸ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ, ਉਹਨਾਂ ਦੀਆਂ ਗੱਲਾਂ ਬਾਤਾਂ। ਕੀ ਮਾਤਾ ਜੀ ਕੀ ਅੱਜ ਕਿਉਂ ਖਾਸ ਦਿਨ ਆ, ਕਿਉਂ ਤੁਸੀਂ ਆਏ ਅੱਜ ਇੱਥੇ? बेटी न्यू आए हैं जब सुने बात सुने, जब हमारे किसान बेटा बेटी बुजुर्ग वे रोड़ा पान कर जब उनके कपड़े भी निकाल दिए, उतारे जा रहे हैं, अतः हम कहाँ बैठे क्या करेंगे? सरकार बोल रही है कि वो आपके फायदे के लिए कानून है, क्यों वो बोले कि आपको समझ नहीं आ रहा? नहीं से हमारे लिए, नहीं से कोई नहीं से, कोई भी नहीं, कितना लिखित रूप में दिखा दो। अदालत ने कहा है कि जो किसान है ठीक है, बैठना चाहिए, अपना जो धरना देना चाहिए, पर जो औरतें हैं, बच्चे हैं, बुजुर्ग हैं, वो वापस चले जाएं। औरतें किसान नहीं है क्या? कैसे जाए? हमने तो खरीद रहा है, हमने कुछ भी नहीं ठहरा, कुछ भी। बोल बुआ 420 लड़ाया है और हमारे में पाड़ गिर रहा है, बहन की आपस में पाड़ कर दे, सब कुछ फंसा दिया। तो ये दूसरे हमारे में ऐसे पाड़ गिर रहा है कि ये नुका का और तुम किसानों को उठा दो और हम बाद में दे देंगे। क्या दे देगा यो बाद में? अदालत तो कह रही है ना कि जो किसान है धरना दें, कोई बात नहीं, पर औरतें जो बच्चे हैं वापस चले जाएं, क्योंकि ठंड बहुत है, बीमार हो जाओगे। वो चले जाएंगे, पाछा कुछ नहीं है। जब हमारे बालक और बच्चे मरेंगे, बालक मर जाएंगे तो हम क्या करेंगे? ये पानी गैस के गोले बरसाए जब क्या होया था, और ये गोलियां चलवा देगा। इतना गुस्सा, क्योंकि बहुत सारी औरतें घर में अकेली रह गई हैं, उनके जो पति हैं या बच्चे हैं यहाँ आते आते शहीद हो गए हैं, तो औरतों की कैसे देखते हैं? बहुत बड़ी कुर्बानी है औरतों की। हम मरने को तैयार, हम पीछे हटने को तैयार नहीं है, ठीक है? हम पीछे नहीं हटेंगे, हम मोदी का सामना करेंगे। मोदी हमारा हक नहीं दे रहा है ना, हम पीछे नहीं हटेंगे। हम मरने के लिए आ जाए, हम यहाँ से जाएंगे नहीं कभी। अगर सरकार जो है कानून वापस नहीं लेती तो क्या करोगे आप? मत यही रहेंगे, हम घर पर नहीं जाना चाहते, हम यही रहेंगे, हम यहीं पर रहेंगे। हाँ, और 26 जनवरी में जाएंगे, हम 26 जनवरी में जाएंगे जी। हाँ, हम पीछे नहीं हटेंगे, हाँ पीछे नहीं हटेंगे। आप सब लोग कहाँ से हो? हम लखू बुआने से, हाँ, लखू पानीपत जिला, बुआने से। पानीपत जिला। तो आप लोग कितने दिनों से डटे हुए हैं? ये तो बोल रहे थे कि पंजाब और एक दफा चले जा हैं और के वापिस आ जा हैं। अपने डांगर डोरा ने जो बुजुर्ग है चालन के लिए नहीं है, उनको संभाला है, यही रहना है हमारा। तो ये एक गुस्सा हैगा ਜਿਹੜਾ ਕਿਸਾਨਾਂ ਦੇ ਵਿੱਚ ਹੈਗਾ, ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਤੇ ਜਿਹੜੀਆਂ ਸ਼ਹੀਦੀਆਂ ਹੈਗੀਆਂ ਉਹਨੇ ਦਿਨ ਧਰਨੇ ਨੂੰ ਵੀ ਨਹੀਂ ਹੋਏ ਜਿੰਨੀਆਂ ਸ਼ਹੀਦਾਂ ਜਿਹੜੀਆਂ ਹੋ ਗਈਆਂ ਹੋਈਆਂ, ਤੇ ਲੋਕਾਂ ਦੇ ਅੰਦਰ ਗੁੱਸਾ ਹੈਗਾ, ਰੋਹ ਹੈਗਾ। ਤੇ ਅੱਜ ਦੇ ਕਿਸਾਨ ਔਰਤ ਦਿਵਸ ਦੇ ਉੱਤੇ ਇਹ ਜਿਹੜਾ ਮੰਜ਼ਰ ਦੇਖਣ ਨੂੰ ਮਿਲਿਆ ਹੈਗਾ, ਔਰਤਾਂ ਦੀ ਵੱਡੀ ਪੱਧਰ ਦੇ ਉੱਤੇ ਸ਼ਮੂਲੀਅਤ ਹੈ। ਕੀ ਕੁਝ ਜਿਹੜਾ ਨਵਾਂ ਦੇਖਣ ਨੂੰ ਮਿਲੇਗਾ ਉਹਦੇ ਲਈ ਜੁੜੇ ਰਹੋ ਔਨ 에ਅਰ ਦੇ ਨਾਲ। ਮੈਂ ਰਮਨ ਤੂਰ, ਕਮਲ ਦੇ ਨਾਲ।